श्री नानक पद पंकज बंदन पद पंकज बंदना सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोविंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। हर गुण गावन की रस माही। परचय मन अवगुण मिट जाही। जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे सत्कार युग सत्संगी जनों दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की अपार कृपा दे सदका जिथे असीं रोजाना सतगुरां जी की अमृतमय बाणी का रस भिन्ना कीर्तन सरवण करते हाँ। उस दे नाल नाल सतगुरां जी की अमृतमय बाणी की तिन्हां दे जीवन की कथा विचारां सरवण करन दा भी यतन करते हाँ। पिछले कुछ दिनों तो असीं श्री गुरु नानक प्रकाश विच पूर्वराद अध्याय 19वें का प्रसंग सरवण करते आ रहे हैं। जिस दे विच धन गुरु नानक साहिब जी महाराज जी दे रिश्ता करन दे बाबत विचार चर्चा सरवण कीती है। कल के दीवाना दे विच असीं ये विचार सरवण कर चुके हाँ कि धन गुरु नानक साहिब जी महाराज जी का समूह दादका ते नानका परिवार रिश्ता पक्का करन तो बाद वापस सुल्तानपुर की धरती के उत्ते बेबे नानकी जी के गृह के विखे आसन लाउंदे ने, खुशियां मनाउंदे ने। कुछ दिन बीत जाने तो बाद धन गुरु नानक साहिब जी महाराज जी के पिता जी मेहता कालू जी वापस अपने नगर तलवंडी वाल नूं जाण दे बारे विचार चर्चा करते हैं भी भाई मेरा पटवारी का काम काज जिहड़ा है वो रुक रहा है। इसे करके सानू हुण वापस तलवंडी जाना चाहिए है। तो भाई मरदाना जी जिहड़े मेहता कालू जी उन्हां दे नाल चल के सुल्तानपुर की धरती ते आए सन ते धन गुरु नानक साहिब जी महाराज जी दे इस जीवन के खुशियां भरे माहौल दे विच इस रस्म दे विच शामिल होने दे लई पहुंचे सन।
ਤਾਂ ਭਾਈ ਮਰਦਾਨਾ ਜੀ ਨੂੰ ਜਦੋਂ ਪਤਾ ਲੱਗਦਾ ਵੀ ਅਸੀਂ ਹੁਣ ਵਾਪਸ ਤਲਵੰਡੀ ਨਗਰ ਦੇ ਵੱਲ ਚਲੇ ਜਾਣਾ ਹੈ, ਤਾਂ ਭਾਈ ਮਰਦਾਨਾ ਜੀ ਛੇਤੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚਦੇ ਨੇ ਤੇ ਜਾ ਕੇ ਬੇਨਤੀ ਕਰਦੇ ਨੇ, ਫਰਿਆਦ ਕਰਦੇ ਨੇ ਕਿ ਅਸੀਂ ਤੁਹਾਡੇ ਦਰ ਦੇ ਮਰਾਸੀ ਹਾਂ, ਤੁਹਾਡੇ ਘਰ ਦੇ ਮਰਾਸੀ ਹਾਂ। ਅੱਜ ਤੱਕ ਤੁਸੀਂ ਜੋ ਕੁਝ ਵੀ ਦਿੱਤਾ ਹੈ ਅਸੀਂ ਉਸ ਦੇ ਨਾਲ ਗੁਜ਼ਾਰਾ ਕੀਤਾ ਹੈ, ਤੇ ਕਹਿੰਦੇ ਤੁਹਾਡੇ ਇਸ ਜੀਵਨ ਦੇ ਵਿੱਚ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਤੁਹਾਡੇ ਪਰਿਵਾਰ ਨੇ, ਤੁਹਾਡੀ ਮਾਤਾ ਜੀ ਨੇ, ਤੁਹਾਡੀ ਭੈਣ ਜੀ ਨੇ, ਤੁਹਾਡੇ ਪਿਤਾ ਜੀ ਨੇ ਦਿਲ ਖੋਲ ਕੇ ਦਾਨ ਦਿੱਤਾ ਮੰਗਤਿਆਂ ਨੂੰ। ਜੋ ਕੁਝ ਵੀ ਮੰਗਦੇ ਸਨ ਉਹਨਾਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ, ਮਰਜ਼ੀ ਦੇ ਅਨੁਸਾਰ ਦਾਨ ਮਿਲਿਆ। ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਕੁਝ ਦਾਨ ਦਿਓ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਇਹ ਵਚਨ ਸੁਣੇ ਸਨ, ਤਾਂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਸੀ ਵੀ ਜੋ ਤੁਹਾਡਾ ਮਨ ਚਾਹੁੰਦਾ ਹੈ ਤੁਸੀਂ ਮੰਨ ਲਓ, ਤੁਹਾਨੂੰ ਕਿਸੇ ਵੀ ਕਾਰਨ ਖਾਲੀ ਨਹੀਂ ਮੁੜਨਾ ਪਵੇਗਾ, ਕੋਈ ਨਿਰਾਸ਼ਾ ਪੱਲੇ ਨਹੀਂ ਰਵੇਗੀ। ਜਦੋਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹ ਵਚਨ ਸੁਣੇ ਸਨ, ਤਾਂ ਭਾਈ ਮਰਦਾਨਾ ਜੀ ਮਨ ਦੇ ਵਿੱਚ ਸੋਚ ਰਹੇ ਸਨ ਵੀ ਕੀ ਮੰਗਿਆ ਜਾਵੇ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾਲ ਹੀ ਨਾਲ ਇਹ ਵੀ ਵਚਨ ਕੀਤੇ ਵੀ ਭਾਈ ਸਾਨੂੰ ਵੀ ਤੁਹਾਡੇ ਨਾਲ ਬਹੁਤ ਜ਼ਰੂਰੀ ਕੰਮ ਹੈ, ਪਹਿਲਾਂ ਤੁਸੀਂ ਆਪਣੀ ਇੱਛਾ ਜ਼ਾਹਰ ਕਰੋ, ਬਾਅਦ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਵਾਂਗੇ ਵੀ ਸਾਡਾ ਕਿਹੜਾ ਕੰਮ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਦਿਲਾਂ ਦੀਆਂ ਜਾਣਨ ਵਾਲੇ ਨੇ, ਅੰਤਰਜਾਮੀ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਪਹਿਲਾਂ ਹੀ ਇਹ ਵਚਨ ਕਰ ਦਿੱਤੇ ਸਨ ਵੀ ਭਾਈ ਕੋਈ ਵੀ ਦੁਨਿਆਵੀ ਵਸਤੂ ਨਾ ਮੰਗ ਲੈਣਾ, ਕੋਈ ਧਨ ਕੱਪੜਾ ਨਾ ਮੰਗ ਲੈਣਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਮਨੁੱਖ ਖੁਆਰ ਹੁੰਦਾ ਹੈ, ਮਨੁੱਖ ਭਟਕਣਾ ਦੇ ਵਿੱਚ ਪੈ ਕੇ ਹੀ ਜੀਵਨ ਆਪਣਾ ਬਰਬਾਦ ਕਰ ਦਿੰਦਾ। ਇਹੋ ਜੀ ਵਸਤੂ ਮੰਗਣਾ ਜਿਹਦੇ ਨਾਲ ਤੁਹਾਨੂੰ ਆਤਮਿਕ ਸੁੱਖ ਪ੍ਰਾਪਤ ਹੋਵੇ। ਤਾਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਚਨ ਸੁਣ ਕੇ ਫਿਰ ਆਖਿਆ ਸੀ, ਇਹ ਪਾਤਸ਼ਾਹ ਜੀ ਤੁਸੀਂ ਸਾਡੇ ਦਿਲਾਂ ਦੀਆਂ ਜਾਣਨ ਵਾਲੇ, ਜੋ ਕੁਝ ਵੀ ਤੁਹਾਨੂੰ ਚੰਗਾ ਲੱਗਦਾ, ਜੋ ਕੁਝ ਵੀ ਤੁਹਾਨੂੰ ਭਾਉਂਦਾ ਹੈ ਨਾ, ਉਹੋ ਜੀ ਦਾਤ ਸਾਡੀ ਝੋਲੀ ਪਾ ਦਿਓ। ਇਹੋ ਜੀ ਦਾਤ ਸਾਡੀ ਝੋਲੀ ਪਾਉਣਾ ਜਿਸ ਦੇ ਨਾਲ ਅਸੀਂ ਹਰ ਵੇਲੇ ਤੁਹਾਡੀ ਪ੍ਰਸ਼ੰਸਾ ਕਰੀਏ, ਤੁਹਾਨੂੰ ਚੇਤੇ ਵਿੱਚ ਰੱਖੀਏ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਭਾਈ ਮਰਦਾਨਾ ਜੀ ਨੂੰ ਆਖਿਆ ਸੀ ਵੀ ਤੁਸੀਂ ਬਹੁਤ ਸੋਹਣਾ ਤੰਦੀ ਦਾ ਸਾਜ਼ ਵਜਾਉਣ ਵਾਲੇ ਹੋ, ਭਾਵ ਤੁਸੀਂ ਬਹੁਤ ਸੋਹਣੀ ਰਬਾਬ ਵਜਾ ਲੈਂਦੇ ਹੋ, ਤੇ ਕਿਉਂ ਨਾ ਇਸ ਰਬਾਬ ਦੇ ਨਾਲ ਜਿਹੜਾ ਤੁਸੀਂ ਦਰ ਦਰ ਤੇ ਜਾ ਕੇ ਉੱਤੇ ਮੰਗਦੇ ਹੋ, ਲੋਕਾਂ ਦੇ ਕੋਲੋਂ ਮੰਗਦੇ ਹੋ ਵੀ ਤਾਂ ਜੋ ਤੁਹਾਡੇ ਘਰ ਦਾ ਗੁਜ਼ਾਰਾ ਹੋ ਸਕੇ, ਤੁਸੀਂ ਇਸ ਆਪਣੇ ਗੁਣ ਦੇ ਨਾਲ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਤੁਸੀਂ ਆਪਣੇ ਮਨ ਦੇ ਸਾਰੇ ਦੁੱਖ ਦੂਰ ਕਰਨੇ ਨੇ, ਸਾਰੇ ਬੰਧਨ ਦੂਰ ਕਰਨੇ ਨੇ, ਬੰਧਨਾਂ ਤੋਂ ਮੁਕਤ ਹੋਣਾ, ਤੇ ਇਸੇ ਨਾਲ ਤੁਸੀਂ ਲੋਕਾਂ ਦੇ ਵਿੱਚ ਵੀ ਸੁੱਖ ਪ੍ਰਾਪਤ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਭਾਈ ਮਰਦਾਨਾ ਜੀ ਨੂੰ ਇਹ ਦਾਤ ਬਖਸ਼ਿਸ਼ ਕਰਦੇ ਨੇ ਵੀ ਭਾਈ ਜਿਹੜਾ ਤੁਹਾਡੇ ਕੋਲ ਗੁਣ ਹੈ ਨਾ, ਜਿਹੜੀ ਤੁਹਾਡੀ ਰੋਜ਼ੀ ਰੋਟੀ ਹੈ, ਜਿਹੜੀ ਤੁਸੀਂ ਕਿਰਤ ਕਰਦੇ ਹੋ, ਇਸੇ ਕਿਰਤ ਨੂੰ ਹੀ ਪ੍ਰਮਾਤਮਾ ਦੀ ਬੰਦਗੀ ਸਮਝ ਲਓ। ਇਸ ਕਿਰਤ ਨੂੰ ਕਰਦਿਆਂ ਤੁਸੀਂ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਨਾਲ ਜੋੜੀ ਰੱਖੋ, ਜਿਹਦੇ ਨਾਲ ਤੁਹਾਨੂੰ ਵੀ ਸੁੱਖ ਪ੍ਰਾਪਤ ਹੋਵੇਗਾ ਤੇ ਤੁਹਾਡੇ ਨਾਲ ਵਿਚਰਨ ਵਾਲੇ ਲੋਕਾਂ ਨੂੰ ਵੀ ਸੁੱਖ ਪ੍ਰਾਪਤ ਹੋਵੇਗਾ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਕਿਸੇ ਵੀ ਦਾਤ ਦੇਣ ਤੋਂ ਮੁਨਕਰ ਨਹੀਂ ਹੁੰਦਾ, ਪਰ ਜੇਕਰ ਉਹ ਦਾਤ ਗੁਰੂ ਅਨੁਸਾਰੀ ਹੋ ਜਾਵੇ ਤਾਂ ਫਿਰ ਇਸ ਗੱਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇਕਰ ਸਾਨੂੰ ਮੰਗਣ ਦਾ ਚੱਜ ਆ ਜਾਵੇ ਨਾ, ਸਾਨੂੰ ਪਤਾ ਲੱਗ ਜਾਵੇ ਵੀ ਗੁਰੂ ਦੇ ਦਰ ਦੇ ਉੱਤੇ ਕੀ ਮੰਗਣਾ ਤੇ ਕਿਸ ਪ੍ਰਕਾਰ ਮੰਗਣਾ ਹੈ ਨਾ, ਤਾਂ ਚੇਤੇ ਰੱਖਣਾ ਗੁਰੂ ਫਿਰ ਉਸ ਮਨੁੱਖ ਦੀਆਂ ਝੋਲੀਆਂ ਦਾਤਾਂ ਦੇ ਨਾਲ ਆਪਣੇ ਆਪ ਹੀ ਭਰ ਦਿੰਦਾ। ਹੁਣ ਭਾਈ ਮਰਦਾਨਾ ਜੀ ਨੇ ਆਖਿਆ ਨਾ ਵੀ ਪਾਤਸ਼ਾਹ ਜੀ ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਹਾਨੂੰ ਭਾਉਂਦਾ, ਉਹੀ ਦਾਤ ਮੇਰੀ ਝੋਲੀ ਵਿੱਚ ਪਾਉਣਾ ਹੋਵੇ। ਇੱਥੋਂ ਤੱਕ ਦੇ ਵਿਚਾਰ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹਰ ਗੁਣ ਗਾਵਨ ਕੀ ਰਸ ਮਾਹੀ, ਪਰਚੈ ਮਨ ਅਵਗੁਣ ਮਿਟ ਜਾਹੀ। ਪਾਤਸ਼ਾਹ ਜੀ ਆਖਦੇ ਨੇ ਕਿ ਭਾਈ ਮਰਦਾਨਾ ਜੀ,
ਜਿੱਥੇ ਹੁਣ ਤੁਸੀਂ ਇਸ ਸਾਜ਼ ਦੇ ਨਾਲ ਲੋਕਾਂ ਦੇ ਦਿਲਾਂ ਦੇ ਦੁੱਖ ਦੂਰ ਕਰਨੇ ਨੇ, ਲੋਕਾਂ ਦੇ ਮਨ ਦੇ ਵਿੱਚ ਸੁੱਖ ਪ੍ਰਦਾਨ ਕਰਨੇ ਨੇ, ਸੁੱਖਾਂ ਦਾ ਪ੍ਰਕਾਸ਼ ਕਰਨਾ ਹੈ, ਤਾਂ ਤੁਸੀਂ ਇਸ ਸਾਜ਼ ਦੇ ਨਾਲ ਹਰੀ ਦੇ ਗੁਣ ਗਾਉਣੇ ਨੇ। ਹਰ ਗੁਣ ਗਾਵਣ ਕੇ ਰਸ ਮਾਹੀ, ਤੇ ਇਸ ਗੁਣਾਂ ਦੇ ਗਾਉਣ ਦੇ ਨਾਲ, ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਤੁਹਾਨੂੰ ਅੰਮ੍ਰਿਤ ਰੂਪੀ ਰਸ ਪ੍ਰਾਪਤ ਹੋਵੇਗਾ। ਪਰ ਜੇ ਮਨ ਅਵਗੁਣ ਮਿਟ ਜਾਏ, ਤੇ ਮਨ ਪਰਚਦਾ ਹੈ, ਮਨ ਦੇ ਵਿੱਚ ਖੁਸ਼ੀਆਂ ਦਾ ਪ੍ਰਕਾਸ਼ ਹੁੰਦਾ, ਇਹੋ ਜਿਹੀਆਂ ਖੁਸ਼ੀਆਂ ਜਿਹੜੀਆਂ ਕਦੇ ਵੀ ਮਿਟਣ ਵਾਲੀਆਂ ਨਹੀਂ। ਤੇ ਪਾਤਸ਼ਾਹ ਜੀ ਨਾਲ ਹੀ ਨਾਲ ਵਚਨ ਕਰਦੇ ਨੇ ਵੀ ਜਦੋਂ ਤੂੰ ਪਰਮਾਤਮਾ ਦੇ ਗੁਣ ਗਾਵੇਂਗਾ, ਪਰਮਾਤਮਾ ਦੀ ਸਿਫਤ ਸਲਾਹ ਕਰੇਗਾ, ਤਾਂ ਤੇਰੇ ਜੀਵਨ ਦੇ ਵਿੱਚ ਔਗਣ ਜਿਹੜੇ ਨੇ ਉਹ ਮਿਟ ਜਾਣਗੇ। ਅਸ ਗੁਣ ਸੋ ਅਬਿਲਾਖਾ ਮੇਰੀ, ਰਹਿ ਸੰਗ ਜੇ ਹੋਵੇ ਗਤ ਤੇਰੀ। ਕਹਿੰਦੇ ਇਸ ਗੁਣ ਕਰਕੇ ਮੇਰੀ ਅਭਿਲਾਸ਼ਾ ਹੈ, ਤੁਹਾਡੇ ਇਸ ਗੁਣ ਨੂੰ ਦੇਖਦਿਆਂ ਮੇਰੇ ਮਨ ਦੀ ਇੱਛਾ ਹੈ ਵੀ ਤੁਸੀਂ ਇਹ ਗੁਣ ਗਾਉਂਦੇ ਗਾਉਂਦੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਓ। ਇਹ ਗੁਣ ਹਮੇਸ਼ਾ ਤੁਹਾਡੇ ਨਾਲ ਰਹੇ, ਤੁਸੀਂ ਇਸ ਗੁਣ ਤੋਂ ਕਦੇ ਵੀ ਦੂਰ ਨਾ ਜਾਣਾ। ਇਸ ਗੁਣ ਦੇ ਨਾਲ ਪਰਮਾਤਮਾ ਨੂੰ ਵੀ ਚੇਤੇ ਰੱਖਣਾ। ਕਹਿੰਦੇ ਜੇਕਰ ਤੁਸੀਂ ਸਾਡੇ ਇਹਨਾਂ ਵਚਨਾਂ ਨੂੰ ਮੰਨ ਲਵੋਗੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਆਖਦੇ ਨੇ ਕਿ ਜੇਕਰ ਤੁਸੀਂ ਇਹਨਾਂ ਵਚਨਾਂ ਨੂੰ ਕਮਾ ਲਵੋਗੇ ਨਾ, ਤਾਂ ਚੇਤੇ ਰੱਖਣਾ ਤੁਹਾਨੂੰ ਭਵਜਲ ਤੋਂ ਮੁਕਤੀ ਪ੍ਰਾਪਤ ਹੋ ਜਾਵੇਗੀ। ਤੁਹਾਨੂੰ ਅਸੀਂ ਇਸ ਸੰਸਾਰ ਤੋਂ ਮੁਕਤੀ ਪ੍ਰਦਾਨ ਕਰ ਦੇਵਾਂਗੇ ਜੇਕਰ ਤੁਸੀਂ ਸਾਡੇ ਵਚਨਾਂ ਨੂੰ ਮੰਨ ਲਵੋ। ਇਉਂ ਸੁਨ ਹਰ ਕੋਠਿਓ ਮਰਦਾਨਾ, ਉਚਰਿਓ ਸ਼੍ਰੀ ਨਾਨਕ ਕਲਿਆਣਾ। ਜਦੋਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਇਹ ਦਾਤ ਪ੍ਰਾਪਤ ਕੀਤੀ, ਇਹ ਵਚਨ ਸੁਣੇ ਨੇ, ਤਾਂ ਭਾਈ ਮਰਦਾਨਾ ਜੀ ਫਿਰ ਖੁਸ਼ੀ ਦੇ ਵਿੱਚ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਸਲਾਹ ਕਰਦੇ ਨੇ, ਤੇ ਮਨ ਦੇ ਵਿੱਚ ਬਹੁਤ ਖੁਸ਼ ਹੁੰਦੇ ਨੇ। ਪਿਤ ਪਿਤਾ ਮੈਂ ਭਰ ਪੁਨ ਭਰ ਕੇ, ਵਰਣਨ ਨਾਮ ਕਰੇ ਜਗ ਗੁਰ ਕੇ। ਤੇ ਭਾਈ ਮਰਦਾਨਾ ਜੀ ਨੇ ਖੁਸ਼ੀ ਦੇ ਵਿੱਚ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕੀਤੀ, ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੀ ਵਡਿਆਈ ਕਰਦੇ ਨੇ, ਉਹਨਾਂ ਦੇ ਦਾਦਾ ਜੀ ਦੀ ਵਡਿਆਈ ਕਰਦੇ ਨੇ, ਉਹਨਾਂ ਦੇ ਪੜਦਾਦੇ ਦੀ ਵਡਿਆਈ ਕਰਦੇ ਨੇ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਜਿੰਨੀਆਂ ਵੀ ਕੁਲਾਂ ਨੇ, ਭਾਈ ਮਰਦਾਨਾ ਜੀ ਨੇ ਸਾਰਿਆਂ ਦਾ ਜਸ ਗਾਇਆ, ਸਾਰਿਆਂ ਦੀ ਵਡਿਆਈ ਕੀਤੀ ਵੀ ਇਹ ਬੇਦੀ ਕੁਲ ਦੇ ਜਿਹੜੇ ਜੀ ਨੇ ਧੰਨ ਨੇ। ਤੇ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਖੁਸ਼ੀ ਦੇ ਨਾਲ ਇਹਨਾਂ ਦੀ ਪ੍ਰਸ਼ੰਸਾ ਕਰਦੇ ਹਨ। ਸ਼ੁਭ ਗੁਣ ਸੰਗ ਕੀਨ ਪ੍ਰਸ਼ੰਸਾ, ਨਿਪਜਿਓ ਬੇਦੀ ਕੁਲ ਅਵਤੰਸਾ। ਇਸੇ ਤਰ੍ਹਾਂ ਚੰਗੇ ਗੁਣਾਂ ਦੇ ਅਨੁਸਾਰ, ਚੰਗੇ ਗੁਣਾਂ ਦੇ ਸਹਿਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਸ ਕੁਲ ਦੇ ਵਿੱਚ ਜਨਮ ਹੋਇਆ, ਬੇਦੀ ਕੁਲ ਦੀ ਜਿਹੜੀ ਹੈ ਉਹ ਬਹੁਤ ਪ੍ਰਸ਼ੰਸਾ ਕੀਤੀ ਹੈ। ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਕੁਲ ਦੇ ਵਿੱਚ ਸੂਰਜ ਦੇ ਵਾਂਗ ਪ੍ਰਕਾਸ਼ਮਾਨ ਹੋਏ ਹਨ। ਦੀਪਕ ਕਾਲੂ ਸਦਨ ਸਪੂਤਾ, ਪਿਖ ਉਦਾਰ ਲਜਤ ਪੁਰਹੁਤਾ। ਕਹਿੰਦੇ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਇੱਕ ਚੰਗੇ ਆਗਿਆਕਾਰੀ ਗੁਣਾਕਾਰੀ ਪੁੱਤਰ ਨੇ ਜਨਮ ਲਿਆ ਹੈ। ਕਹਿੰਦੇ ਜਿਸ ਦੀ ਉਦਾਰਤਾ ਨੂੰ ਦੇਖ ਕੇ, ਜਿਸ ਦੀ ਮਹਿਮਾ ਨੂੰ ਦੇਖ ਕੇ, ਜਿਸ ਦੀ ਵਡਿਆਈ ਨੂੰ ਦੇਖ ਕੇ ਇੰਦਰ ਦੇਵਤਾ ਵੀ ਕਹਿੰਦੇ ਸ਼ਰਮਾ ਜਾਂਦਾ ਹੈ। ਤੇ ਸ਼ਿਨ ਪੰਕਜ ਲੋਚਨ ਚਾਰੂ, ਗਰਤੇ ਜਾਮਾ ਦੀਨ ਉਤਾਰੂ। ਜਦੋਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਨਾ, ਤਾਂ ਭਾਈ ਮਰਦਾਨਾ ਜੀ ਆਖਦੇ ਨੇ ਕਿ ਪਾਤਸ਼ਾਹ ਜੀ ਜਿਵੇਂ ਤੁਹਾਡਾ ਹੁਕਮ ਹੋਵੇ ਮੈਂ ਉਸੇ ਤਰ੍ਹਾਂ ਕਰਾਂਗਾ। ਤੁਹਾਡੇ ਹੁਕਮ ਦੇ ਵਿੱਚ ਚੱਲ ਕੇ ਹੁਣ ਆਪਣਾ ਰਹਿੰਦਾ ਜੀਵਨ ਨਿਰਵਾਹ ਕਰਾਂਗਾ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਭਾਈ ਮਰਦਾਨਾ ਜੀ ਦੇ ਉੱਤੋਂ ਖੁਸ਼ ਹੋ ਕੇ ਕਵੀ ਜੀ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਤੇ ਜਿਹੜੇ ਵਸਤਰ ਪਹਿਨੇ ਸਨ ਨਾ, ਜਿਹੜਾ ਚੋਲਾ ਪਹਿਨਿਆ ਹੋਇਆ ਸੀ, ਉਹ ਸੋਹਣਾ ਚੋਲਾ ਭਾਈ ਮਰਦਾਨਾ ਜੀ ਨੂੰ ਭੇਟ ਕੀਤਾ ਹੈ। ਕੇਤਕ ਦਰਬ ਦੇਤ ਬੇਸੰਗਾ, ਲੈ ਮਰਦਾਨੇ ਸੰਗ ਉਮੰਗਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਆਪਣੇ ਚੋਲੇ ਦੇ ਨਾਲ ਨਾਲ ਕੁਝ ਨਗਦ ਰਾਸ਼ੀ ਵੀ ਭਾਈ ਮਰਦਾਨਾ ਜੀ ਨੂੰ ਦਿੱਤੀ ਹੈ। ਤੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਜਿੱਥੇ ਇਹ ਗੁਣਾਂ ਦੀ ਦਾਤ ਪ੍ਰਾਪਤ ਕਰਦੇ ਨੇ, ਉਹ ਪੋਸ਼ਾਕ ਵੀ ਪ੍ਰਾਪਤ ਕੀਤੀ ਹੈ, ਤੇ ਨਾਲ ਹੀ ਨਾਲ ਧਨ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੁੰਦੇ ਹਨ।
ਪਹਿ ਰਹੰਗ ਇਰਦੇ ਸੁਖ ਪਾਈ, ਕਹੇ ਬੋਲ ਮੁਝ ਦੇਹੁ ਰਜ਼ਾਈ। ਭਾਈ ਮਰਦਾਨਾ ਜੀ ਹੁਣ ਗੁਰੂ ਜੀ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ ਚੋਲਾ ਪਹਿਨ ਕੇ, ਚੋਲੇ ਨੂੰ ਆਪਣੇ ਤਨ ਦੇ ਉੱਤੇ ਪਹਿਨ ਕੇ ਬਹੁਤ ਪ੍ਰਸੰਨ ਹੁੰਦੇ ਨੇ ਤੇ ਭਾਈ ਮਰਦਾਨਾ ਜੀ ਬਚਨ ਕਰਦੇ ਹਨ, ਜਾਵੋ ਸਦਨ ਨਗਰ ਤਲਵੰਡੀ, ਤਬ ਪਿਤ ਸੰਗੇ ਹੈ ਦੁਖ ਖੰਡੀ। ਕਹਿੰਦੇ ਵੀ ਮੈਨੂੰ ਹੁਣ ਆਗਿਆ ਬਖਸ਼ਿਸ਼ ਕਰੋ, ਮੈਨੂੰ ਆਗਿਆ ਦਿਓ ਵੀ ਮੈਂ ਆਪਣੇ ਤਲਵੰਡੀ ਨਗਰ ਵੱਲ ਜਾਵਾਂ ਤੇ ਤਲਵੰਡੀ ਨਗਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਕਹਿੰਦੇ ਮੈਂ ਆਪਣੇ ਪਿਤਾ ਦੇ ਦੁੱਖਾਂ ਨੂੰ ਦੂਰ ਕਰਾਂ। ਤੁਸੀਂ ਆਖਦੇ ਹੋ ਨਾ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਦੁਨੀਆ ਦੇ ਲੋਕਾਂ ਦਾ ਵੀ ਭਲਾ ਹੁੰਦਾ ਹੈ, ਦੁਨੀਆ ਦੇ ਲੋਕਾਂ ਦੇ ਜੀਵਨ ਦੇ ਵਿੱਚ ਵੀ ਸੁੱਖ ਆ ਜਾਣਗੇ। ਭਾਈ ਮਰਦਾਨਾ ਜੀ ਆਖਦੇ ਨੇ ਕਿ ਮੈਂ ਆਪਣੇ ਘਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਦੁੱਖ ਦੂਰ ਕਰਨਾ ਚਾਹੁੰਦਾ ਹਾਂ। ਬੋਲੇ ਸ਼੍ਰੀ ਨਾਨਕ ਸੁਖ ਰਾਸੀ, ਤੂੰ ਹੈ ਬੇਦੀ ਬੰਸ ਮੇਰਾਸੀ। ਇਸੇ ਤਰ੍ਹਾਂ ਸੁੱਖਾਂ ਦੀ ਰਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਫਿਰ ਬਚਨ ਆਖੇ ਨੇ, ਹੇ ਭਾਈ ਮਰਦਾਨਾ ਜੀ ਤੁਸੀਂ ਸਾਡੇ ਬੇਦੀ ਵੰਸ਼ ਦੇ ਮਿਰਾਸੀ ਹੋ। ਜਾਚਨ ਆਣ ਸਥਾਨ ਨ ਕੀਜੈ, ਲੈ ਇਨ ਤੇ ਸੰਤੋਖ ਤਰੀਜੈ। ਕਹਿੰਦੇ ਤੁਸੀਂ ਸਾਡੀ ਕੁਲ ਦੇ ਮਿਰਾਸੀ ਹੋ, ਕਿਸੇ ਹੋਰ ਸਥਾਨ ਦੇ ਉੱਤੇ ਜਾ ਕੇ ਹੁਣ ਤੁਹਾਨੂੰ ਮੰਗਣ ਦੀ ਲੋੜ ਨਹੀਂ ਹੈ। ਤੁਸੀਂ ਇਹ ਮੰਗਣ ਦਾ ਕੰਮਕਾਜ ਛੱਡ ਦਿਓ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਕਿ ਸਾਡੇ ਪਰਿਵਾਰ ਦੇ ਕੋਲੋਂ ਹੀ ਤੁਸੀਂ ਆਪਣੇ ਖਰਚਣ ਜੋਗਾ ਜਿਨੀ ਤੁਹਾਨੂੰ ਲੋੜ ਹੈ ਉਸ ਦੇ ਅਨੁਸਾਰ ਸਬਰ ਸੰਤੋਖ ਦੇ ਵਿੱਚ ਰਹਿ ਕੇ ਧਨ ਪ੍ਰਾਪਤ ਕਰਕੇ ਆਪਣਾ ਜੀਵਨ ਨਿਰਵਾਹ ਕਰੋ। ਜੇ ਤੁਮ ਰੱਖੋਗੇ ਸੁਧ ਮੋਰੀ, ਅਣਤ ਅਕਰ ਕਿਉਂ ਜਾਓ ਬਹੋਰੀ। ਕਹਿੰਦੇ ਜੇਕਰ ਤੁਸੀਂ ਮੇਰੇ ਇਹਨਾਂ ਵਚਨਾਂ ਦਾ ਖਿਆਲ ਰੱਖੋਗੇ ਤਾਂ ਚੇਤੇ ਰੱਖਣਾ ਤੁਹਾਨੂੰ ਹੋਰ ਦਰ ਦੇ ਉੱਤੇ ਜਾ ਕੇ ਮੰਗਣ ਦੀ ਲੋੜ ਨਹੀਂ ਪਵੇਗੀ। ਅਸਨ ਬਸਨ ਕੋ ਲੋਭ ਅਮੋਰਾ, ਸੋ ਕਰਵਾਵੇ ਕਰ ਨਿਜ ਜੋਰਾ। ਕਹਿੰਦੇ ਭੋਜਨ ਅਤੇ ਕੱਪੜੇ ਦਾ ਨਾ ਕਾਬੂ ਵਿੱਚ ਰਹਿਣ ਵਾਲਾ ਲੋਭ ਹੈ। ਅਸੀਂ ਆਮ ਤੌਰ ਦੇ ਉੱਤੇ ਦੇਖਦੇ ਆ ਨਾ, ਕਈ ਵਾਰੀ ਸਾਡੀ ਬਿਰਤੀ ਸਾਡਾ ਸੁਭਾਅ ਵੀ ਇਹੋ ਜਿਹਾ ਹੁੰਦਾ ਕਿ ਕਿਸੇ ਪਦਾਰਥ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਬਹੁਤ ਜਦੋਜਹਿਦ ਕਰਦੇ ਹਾਂ। ਉਹ ਚੀਜ਼ ਸਾਨੂੰ ਜੇਕਰ ਪ੍ਰਾਪਤ ਵੀ ਹੋ ਜਾਵੇ ਨਾ, ਸਾਡੇ ਮਨ ਦੀ ਲਾਲਸਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ, ਤਾਂ ਫਿਰ ਸਾਡੇ ਮਨ ਦੇ ਵਿੱਚ ਲਾਲਚ ਇਹ ਪੈਦਾ ਹੋ ਜਾਂਦਾ ਵੀ ਭਾਈ ਜੇਕਰ ਇਹ ਚੀਜ਼ ਪ੍ਰਾਪਤ ਹੋ ਗਈ ਮੈਨੂੰ ਹੋਰ ਵੀ ਚੀਜ਼ਾਂ ਪ੍ਰਾਪਤ ਹੋ ਜਾਣ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਭਾਈ ਜਿੰਨੀ ਤੁਹਾਨੂੰ ਲੋੜ ਹੈ ਉਸ ਲੋੜ ਦੇ ਮੁਤਾਬਕ ਤੁਸੀਂ ਆਪਣਾ ਜੀਵਨ ਨਿਰਵਾਹ ਕਰਨਾ, ਸਬਰ ਸੰਤੋਖ ਦੇ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਨਾ, ਪਰ ਇਸ ਚੀਜ਼ ਦੇ ਲਾਲਚ ਦੇ ਵਿੱਚ ਨਹੀਂ ਪੈਣਾ। ਤੇ ਲਾਲਚ ਦੇ ਬਸ ਜੇਕਰ ਤੁਸੀਂ ਪੈ ਜਾਵੋਗੇ ਤਾਂ ਇਹ ਜਿਹੜਾ ਲਾਲਚ ਹੈ ਨਾ ਵੱਡਿਆਂ ਵੱਡਿਆਂ ਮਨੁੱਖਾਂ ਦੇ ਜਿਹੜੇ ਹੱਥ ਹੈ ਉਹ ਜੁੜਵਾ ਦਿੰਦਾ ਹੈ। ਦੋਹਰਾ ਸੁਨ ਮਰਦਾਨੇ ਲੈ ਸਦਾ, ਸਭ ਕੀ ਸੁਧ ਕਰਤਾਰ। ਦੇਹ ਬਣੀ ਪਛਾਤ ਹੈ, ਪੂਰਬ ਬਣਾ ਆਹਾਰ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਜਿਹੜੇ ਵਚਨ ਕਰਦੇ ਨੇ ਨਾ, ਸਾਨੂੰ ਵੀ ਇਹਨਾਂ ਵਚਨਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ। ਸਾਨੂੰ ਵੀ ਇਹ ਵਚਨ ਆਪਣੇ ਜੀਵਨ ਦੇ ਵਿੱਚ ਸੱਤ ਕਰਕੇ ਮੰਨ ਲੈਣੇ ਚਾਹੀਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਸੁਣ ਮਰਦਾਨੇ, ਹੇ ਭਾਈ ਮਰਦਾਨਾ ਜੀ ਸੁਣੋ, ਲੈ ਸਦਾ ਸਭ ਕੀ ਸੁਧ ਕਰਤਾਰ। ਕਿ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ, ਉਸ ਕਰਤਾਰ ਨੇ ਜਿਹਨੇ ਸਾਰੇ ਜੀਆਂ ਨੂੰ ਪੈਦਾ ਕੀਤਾ ਹੈ ਨਾ, ਉਹ ਸਾਰਿਆਂ ਦੀ ਸੁਧ ਰੱਖਦਾ ਹੈ, ਉਹ ਸਾਰਿਆਂ ਦੀ ਜਾਣਕਾਰੀ ਰੱਖਦਾ, ਸਭ ਦਾ ਉਸ ਨੂੰ ਖਿਆਲ ਹੈ। ਦੇਹ ਬਣੀ ਪਛਾਤ ਹੈ, ਪੂਰਬ ਬਣਾ ਆਹਾਰ। ਪੂਰਬ ਦਾ ਅਰਥ ਹੁੰਦਾ ਪਹਿਲਾਂ। ਕਹਿੰਦੇ ਮਨੁੱਖ ਦੀ ਦੇਹ ਬਾਅਦ ਦੇ ਵਿੱਚੋਂ ਪੈਦਾ ਹੁੰਦੀ, ਪਰ ਚੇਤੇ ਰੱਖਣਾ ਮਨੁੱਖ ਦੇ ਜਿਹੜਾ ਆਹਾਰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਹੈ ਨਾ, ਜਿਹੜਾ ਭੋਜਨ ਮਨੁੱਖ ਨੇ ਖਾਣਾ, ਉਹ ਮਨੁੱਖ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਭੋਜਨ ਇਸ ਧਰਤੀ ਦੇ ਉੱਤੇ ਮੌਜੂਦ ਹੁੰਦਾ। ਕੁਝ ਕੁ ਜਾਣਕਾਰ ਵਾਲਿਆਂ ਨੇ ਇਹ ਤੱਕ ਵੀ ਆਖੇ ਨੇ ਕਿ ਮਨੁੱਖ ਆਪਣੀ ਜ਼ਿੰਦਗੀ ਦਾ ਜਿੰਨਾ ਵੀ ਉਹਨੂੰ ਭੋਜਨ ਦੀ ਲੋੜ ਹੈ ਨਾ, ਜਿੰਨੇ ਵੀ ਪਦਾਰਥਾਂ ਦੀ ਲੋੜ ਹੈ, ਜਿੰਨੇ ਅਸੀਂ ਪਦਾਰਥ ਭੋਗਦੇ ਹਾਂ, ਉਹ ਜਿੰਨੇ ਪਦਾਰਥ ਸਾਡੇ ਲਈ ਇਸ ਧਰਤੀ ਦੇ ਉੱਤੇ ਮੌਜੂਦ ਨੇ, ਅਸੀਂ ਉਹਨਾਂ ਪਦਾਰਥਾਂ ਦੇ ਵਿੱਚੋਂ ਪੂਰੀ ਜ਼ਿੰਦਗੀ ਦੇ ਵਿੱਚ ਤੀਜਾ ਹਿੱਸਾ ਵੀ ਨਹੀਂ ਭੋਗ ਸਕਦੇ। ਐਨੇ ਭੰਡਾਰ ਸਾਡੇ ਜਨਮ ਤੋਂ ਪਹਿਲਾਂ, ਸਾਡੀ ਦੇਹੀ ਬਣਨ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਮੌਜੂਦ ਹਨ। ਚੋਪਈ
ਮਿਲ ਕਾਲੂ ਤਨੀਆਂ ਜਾ ਮਾਤਾ ਪੁਨਿਆ ਬਣ ਆਵਾਹਿਤ ਤਾਤਾ। ਤੇ ਹੁਣ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪ੍ਰਾਪਤ ਕਰਦੇ ਨੇ, ਬਚਨ ਸਰਵਣ ਕਰਦੇ ਨੇ ਤੇ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦੇਣ ਦਾ ਯਤਨ ਕਰਦੇ ਨੇ। ਫਿਰ ਹੁਣ ਕਵੀ ਜੀ ਆਖਦੇ ਨੇ ਕਿ ਮਿਲ ਕਾਲੂ ਤਨੀਆਂ ਜਾ ਮਾਤਾ। ਤੇ ਦੂਜੇ ਪਾਸੇ ਬਾਬਾ ਕਾਲੂ ਜੀ ਆਪਣੀ ਧੀ ਨੂੰ, ਆਪਣੀ ਬੱਚੀ ਨੂੰ ਤੇ ਆਪਣੇ ਜਵਾਈ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਮਿਲਦੇ ਨੇ ਤੇ ਫਿਰ ਕਹਿੰਦੇ ਨੇ ਪੁਨ ਆਵਨ ਆਵਾਹਿਤ ਤਾਤਾ, ਵੀ ਆਪਣੇ ਪੁੱਤਰ ਦੇ ਕੋਲ ਆਉਂਦੇ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੱਟੀ ਦਾ ਕਾਰ ਵਿਹਾਰ ਕਰਦੇ ਨੇ। ਵੈਸੇ ਨਿਕਟ ਏਕ ਪਰਯੰਕਾ ਦੇਖੇ ਸੁਤ ਕੋ ਬੰਧਨ ਮਿਅੰਕਾ। ਤੇ ਇਸੇ ਤਰ੍ਹਾਂ ਕਹਿੰਦੇ ਉਸ ਦੁਕਾਨ ਦੇ ਉੱਤੇ ਆ ਕੇ, ਮੋਦੀ ਖਾਨੇ ਦੇ ਉੱਤੇ ਆ ਕੇ ਮਹਿਤਾ ਕਾਲੂ ਜੀ ਬੜੇ ਅਦਬ ਸਤਿਕਾਰ ਦੇ ਨਾਲ ਇੱਕ ਪਲੰਗ ਦੇ ਉੱਤੇ ਬੈਠ ਜਾਂਦੇ ਨੇ ਤੇ ਆਪਣੇ ਪੁੱਤਰ ਦੇ ਸੋਹਣੇ ਸਰੀਰ ਨੂੰ ਤੱਕਦੇ ਨੇ। ਅਦਕ ਨਹਿ ਕਰ ਸਿੱਖ ਬਨ ਦੇਈ ਇਕ ਠੋ ਦਰਬ ਕਰਨ ਕੀ ਜਈ। ਬੜਾ ਹੀ ਪਿਆਰ ਕਰਕੇ ਮੋਹ ਜਤਾਉਂਦੇ ਨੇ ਆਪਣੇ ਪੁੱਤਰ ਤੇ ਫਿਰ ਆਪਣੇ ਪੁੱਤਰ ਨੂੰ ਸਿੱਖਿਆ ਦਿੰਦੇ ਨੇ ਤੇ ਆਖਦੇ ਨੇ ਕਿ ਉਹ ਹਰ ਹੀਲੇ ਦੇ ਨਾਲ ਧਨ ਨੂੰ ਇਕੱਠਾ ਕਰੇ। ਖਰਚ ਵਿਆਹ ਕੋ ਕਰੋ ਤਿਆਰੀ ਧਨ ਚਹਿਤ ਹੈ ਤਿਸ ਦਿਨ ਭਾਰੀ। ਮਹਿਤਾ ਕਾਲੂ ਜੀ ਫਿਰ ਹੁਣ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਮੇਰੇ ਪੁੱਤਰ ਜੀ ਤੁਸੀਂ ਹੁਣ ਧਨ ਇਕੱਠਾ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਤੁਹਾਡਾ ਵਿਆਹ ਕਰਨਾ ਹੈ ਨਾ, ਉਸ ਦਿਨ ਸਾਨੂੰ ਬਹੁਤ ਭਾਰੀ ਧਨ ਦੀ ਲੋੜ ਪਵੇਗੀ। ਅਸ ਪ੍ਰਕਾਰ ਕੀ ਕਹਿ ਬਿਦ ਨਾਨਾ ਸੁਨ ਸ੍ਰੀ ਨਾਨਕ ਬਾਕ ਬਖਾਨਾ। ਤੇ ਇਸ ਤਰ੍ਹਾਂ ਕਹਿੰਦੇ ਅਨੇਕਾਂ ਢੰਗ ਤਰੀਕਿਆਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਹਿਤਾ ਕਾਲੂ ਜੀ ਨੇ ਸਮਝਾਉਣਾ ਕੀਤਾ। ਤੇ ਇਹ ਸਾਰੇ ਬਚਨ ਸੁਣ ਕੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਬਚਨ ਕਹੇ ਹਨ। ਪੁਰਪਤ ਰਾਏ ਬੁਲਾਰਿਓ ਦਾਰਾ 300 ਭਣਿਓ ਆਨੰਦ ਹਮਾਰਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਤੇ ਨਾਲ ਹੀ ਨਾਲ ਬਚਨ ਆਖੇ ਨੇ ਕਿ ਤਲਵੰਡੀ ਦੀ ਧਰਤੀ ਦੇ ਉੱਤੇ ਰਾਏ ਬੁਲਾਰ ਜੀ ਰਹਿੰਦੇ ਨੇ ਜਿਹੜੇ ਬੜੇ ਹੀ ਉਦਾਰ ਚਿੱਤ ਨੇ, ਬੜਿਆਂ ਲੋਕਾਂ ਦਾ ਭਲਾ ਕਰਦੇ ਨੇ ਤੇ ਨਾਲ ਹੀ ਨਾਲ ਬਹੁਤ ਸੁਖੀ ਤਰੀਕੇ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦੇ ਨੇ। ਕਹਿੰਦੇ ਉਹਨਾਂ ਨੂੰ ਵੀ ਮੇਰੇ ਹਾਲ ਚਾਲ ਬਾਰੇ ਦੱਸ ਦੇਣਾ, ਤੁਸੀਂ ਜਾ ਕੇ ਤੁਸੀਂ ਦੱਸ ਦੇਣਾ ਮੇਰੇ ਜੀਵਨ ਦੇ ਬਾਬਤ ਤੇ ਮੈਂ ਬਿਲਕੁਲ ਆਨੰਦ ਚਿੱਤ ਰਹਿ ਰਿਹਾ ਹਾਂ। ਪ੍ਰੇ ਸੁਤ ਤੇ ਪ੍ਰੇ ਬਚ ਸੁਣ ਕਾਨਾ ਤਲਵੰਡੀ ਪੁਣ ਕੀਨ ਪਿਆਨਾ। ਤੇ ਇਸੇ ਤਰ੍ਹਾਂ ਕਹਿੰਦੇ ਆਪਣੇ ਪਿਆਰੇ ਪੁੱਤਰ ਦੇ ਬਚਨ ਮਹਿਤਾ ਕਾਲੂ ਜੀ ਨੇ ਸੁਣੇ ਨੇ। ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰਾਂ ਦੇ ਬਚਨਾਂ ਨੂੰ ਸਰਵਣ ਕੀਤਾ ਹੈ ਤੇ ਨਾਲ ਹੀ ਨਾਲ ਕਹਿੰਦੇ ਤਲਵੰਡੀ ਪੁਣ ਕੀਨ ਪਿਆਨਾ। ਕਹਿੰਦੇ ਫਿਰ ਤਲਵੰਡੀ ਨਗਰ ਦੇ ਵੱਲ ਹੁਣ ਮਹਿਤਾ ਕਾਲੂ ਜੀ ਨੇ ਚਾਲੇ ਪਾਏ ਹਨ। ਤਜ ਕਰ ਕਰਮ ਕਰਮ ਸੋ ਮਗ ਸਗਰਾ ਜਾਏ ਪਰਵੇਸ਼ੇ ਸੁਖ ਮੋ ਨਗਰਾ। ਕਹਿੰਦੇ ਇਸੇ ਤਰ੍ਹਾਂ ਹੌਲੀ ਹੌਲੀ ਸਾਰਾ ਪੰਧ ਮਕਾਉਂਦੇ ਮਹਿਤਾ ਕਾਲੂ ਜੀ ਫਿਰ ਸੁੱਖਾਂ ਦੇ ਨਾਲ ਸੁੱਖਾਂ ਦੇ ਸਹਿਤ ਤਲਵੰਡੀ ਨਗਰ ਵਿਖੇ ਪਹੁੰਚ ਗਏ ਹਨ। ਕੁਸ਼ਲ ਸੰਦੇਸ਼ ਸੁਨੇ ਸਭ ਰਾਉ ਪੁਲ ਕਾਬਲ ਪਾਮ੍ਰਿਤਨ ਸੁਭਾਉ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਤਲਵੰਡੀ ਨਗਰ ਦੇ ਵਿੱਚ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੁਖ ਸਾਂਝ ਰਾਏ ਬੁਲਾਰ ਜੀ ਨੂੰ ਦਿੰਦੇ ਨੇ। ਰਾਏ ਬੁਲਾਰ ਜੀ ਨੂੰ ਸਾਰਾ ਕੁਝ ਦੱਸਣਾ ਕਰਦੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਰਾਏ ਬੁਲਾਰ ਜੀ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਸੁਣਿਆ, ਉਹਨਾਂ ਦੀ ਸੁਖ ਸਾਂਝ ਸੁਣੀ ਤਾਂ ਰਾਏ ਬੁਲਾਰ ਜੀ ਦਾ ਕਹਿੰਦੇ ਮਨ ਜਿਹੜਾ ਹੈ ਖੁਸ਼ੀ ਦੇ ਨਾਲ ਭਰ ਉੱਠਿਆ ਹੈ। ਧਰ ਕਰ ਉਰ ਮੈਂ ਮੂਰਤ ਧਿਆਨਾ ਬੰਦੇ ਪਦ ਜਨ ਨਿਜ ਢਿਗ ਜਾਨਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਫਿਰ ਤਸਵੀਰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢਹਿ ਕੇ ਨਮਸਕਾਰ ਕੀਤੀ ਹੈ। ਜਥਾ ਭਾਰਤਾ ਭਈ ਸਗਾਈ ਤਥਾ ਚੋਪਈ ਮਾਂਝ ਬਣਾਈ। ਤੇ ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਫਿਰ ਇਸ ਅਧਿਆਏ ਦੀ ਸਮਾਪਤੀ ਕਰਦੇ ਹੋਏ ਅਖੀਰ ਦੇ ਵਿੱਚ ਆਪਣੀ ਕਲਮ ਦੇ ਨਾਲ ਬਚਨ ਉਚਾਰਨ ਕਰਦੇ ਨੇ, ਆਖਦੇ ਨੇ ਕਿ ਜਥਾ ਵਾਰਤਾ ਭਈ ਸਗਾਈ। ਕਹਿੰਦੇ ਜਿਵੇਂ ਵੀ ਸਾਰੀ ਵਾਰਤਾ ਬੀਤੀ ਹੈ, ਜੋ ਕੁਝ ਵੀ ਰਸਮਾਂ ਰਿਵਾਜਾਂ ਕੀਤੀਆਂ ਗਈਆਂ ਨੇ ਸਗਾਈ ਦੇ ਮੌਕੇ ਦੇ ਉੱਤੇ ਤਥਾ ਚੋਪਈ ਮਾਂਝ ਬਣਾਈ। ਕਹਿੰਦੇ ਉਸੇ ਤਰ੍ਹਾਂ ਮੈਂ ਸਵਾਰ ਕੇ
ਚੌਪਈ ਦੀ ਚਾਲ ਦੇ ਵਿੱਚ ਲਿਖ ਦਿੱਤੀ ਹੈ। ਕਿਉ ਧਿਆਏ ਪੂਰਨ ਸੁਖ ਮੂਰਾ, ਭਜ ਸੰਤੋਖ ਸਿੰਘ ਗੁਰ ਪਗ ਰੂਰਾ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਕਹਿੰਦੇ ਪੂਰਨ ਸੁੱਖਾਂ ਦੇ ਮੂਲ ਨੂੰ ਕਿਵੇਂ ਧਿਆਵਾਂਗੇ, ਕਿਵੇਂ ਉਹਨਾਂ ਦੀ ਆਰਾਧਨਾ ਕਰਾਂਗੇ। ਕਹਿੰਦੇ ਇਸੇ ਤਰ੍ਹਾਂ ਫਿਰ ਆਖਦੇ ਨੇ, ਕਹਿੰਦੇ ਗੁਰੂ ਜੀ ਦੇ ਸੁੰਦਰ ਚਰਨਾਂ ਦੀ ਆਰਾਧਨਾ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ ਭਾਈ, ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਪੂਰਨ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ। ਗੁਰੂ ਕਿਰਪਾ ਕਰੇ ਅਸੀਂ ਅੱਜ ਦੇ ਇਹਨਾਂ ਦੀਵਾਨਾਂ ਦੇ ਵਿੱਚ ਅਧਿਆਇ 19ਵੇਂ ਦੇ ਪ੍ਰਸੰਗ ਦੀ ਸਮਾਪਤੀ ਕੀਤੀ ਹੈ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਰਿਸ਼ਤਾ ਪੱਕਾ ਕੀਤਾ ਜਾਂਦਾ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ 20ਵੇਂ ਅਧਿਆਇ ਦਾ ਪ੍ਰਸੰਗ ਆਰੰਭ ਕਰਾਂਗੇ, ਜਿਸ ਦੇ ਵਿੱਚ ਫਿਰ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਫਿਰ ਮੋਦੀ ਖਾਨੇ ਦਾ ਲੇਖਾ ਜੋਖਾ ਕਰਦੇ ਨੇ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਨਾ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।